हाँ जी, ਡੀਫੋਰੈਸਟੇਸ਼ਨ ਦੇਖੋ ਸਭ ਤੋਂ ਪਹਿਲਾਂ ਇੱਥੇ ਕਿੱਦਾਂ ਡੀਫੋਰੈਸਟੇਸ਼ਨ ਦੇਖੋ ਇੱਕ ਤਾਂ ਇਹ ਹੁੰਦਾ ਆ ਕਿ ਨੈਚੁਰਲੀ ਹੋ ਜਾਂਦੀ ਆ ਡੀਫੋਰੈਸਟੇਸ਼ਨ। ਪਿਕਚਰ ਦੇਖੋ, ਇੱਕ ਤਾਂ ਹੁੰਦਾ ਕਿ ਨੈਚੁਰਲੀ ਹੋ ਜਾਂਦੀ ਆ। ਜਿਹੜੀ ਇੱਧਰ ਰਾਈਟ ਸਾਈਡ 'ਤੇ ਪਿਕਚਰ ਆ ਤੁਸੀਂ ਦੇਖੋ, ਇਹ ਜੰਗਲਾਂ 'ਚ ਅੱਗ ਲੱਗੀ ਹੋਈ ਹੈ, ਲੱਗ ਤਾਂ ਐ ਰਿਹਾ ਹੈ। ਪਿਕਚਰ ਇਜ਼ ਨੋਟ ਕਲੀਅਰ ਬਟ ਚਲੋ ਕੋਈ ਗੱਲ ਨਹੀਂ। ਡੀਫੋਰੈਸਟੇਸ਼ਨ ਜਿਹੜੀ ਹੈ ਨਾ, ਉਹਦੇ ਜਿਹੜੇ ਰੀਜ਼ਨ ਜਿਹੜੇ ਬਹੁਤ ਨੇ, ਯਾਨੀ ਕਿ ਦਰਖਤ ਜਿਹੜੇ ਆ, ਜੰਗਲ ਜਿਹੜੇ ਆ ਉਹ ਕੱਟੇ ਜਾ ਰਹੇ ਨੇ। ਨੋਟ ਓਨਲੀ ਕੱਟੇ ਜਾ ਰਹੇ ਨੇ, ਸਿਰਫ ਕੱਟੇ ਨਹੀਂ ਜਾ ਰਹੇ, ਉਹਦੇ ਨੈਚੁਰਲ ਰੀਜ਼ਨਸ ਵੀ ਨੇ। ਨੈਚੁਰਲੀ ਸਭ ਤੋਂ ਪਹਿਲਾਂ ਕਾਜ਼ ਕਿਹੜਾ ਆ? ਕਈ ਵਾਰ ਜੰਗਲਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ, ਆਪਣੇ ਆਪ ਲੱਗ ਜਾਂਦੀ ਹੈ ਹੈ ਨਾ। ਤਾਂ ਉਹ ਵੀ ਕੀ ਹੈ? ਡੀਫੋਰੈਸਟੇਸ਼ਨ ਹੋ ਗਿਆ, ਯਾਨੀ ਕਿ ਜੰਗਲ ਤਾਂ ਸਾਰੇ ਖਤਮ ਹੋ ਗਏ, ਤਬਾਹ ਹੋ ਗਏ। ਠੀਕ ਹੈ, ਇੱਕ ਅੱਗ ਲੱਗਣ ਦਾ ਵੀ ਹੁੰਦਾ ਹੈ। ਇੱਕ ਹੁੰਦਾ ਆ ਕਈ ਵਾਰ ਫਲੱਡ ਆ ਜਾਂਦਾ ਆ, ਹੜ੍ਹ ਆ ਜਾਂਦਾ ਬਹੁਤ ਜ਼ਿਆਦਾ, ਉਹਦੇ ਨਾਲ ਵੀ ਜੰਗਲ ਜਿਹੜੇ ਨੇ ਸਾਰੇ ਖਤਮ ਹੋ ਜਾਂਦੇ ਨੇ। ਇੱਦਾਂ ਨਹੀਂ ਕਿ ਸਾਰੇ ਦੇ ਸਾਰੇ ਇੱਕ ਵਾਰੀ ਖਤਮ ਹੋ ਜਾਂਦੇ ਨੇ, ਲੇਕਿਨ ਉਹਨਾਂ ਦੀ ਜਿਹੜੀ ਸੋਇਲ ਹੈ ਨਾ, ਉਹ ਇਰੋਜ਼ ਹੋ ਜਾਂਦੀ ਹੈ ਸਾਰੀ ਦੀ ਸਾਰੀ। ਠੀਕ ਹੈ, ਸੋਇਲ ਇਰੋਜਨ ਹੋ ਜਾਂਦੀ ਹੈ। ਫਿਰ ਦੂਸਰੀ ਇੱਕ ਰੀਜ਼ਨ ਹੈ ਡਰੌਟ, ਜਿਹਨੂੰ ਸੋਕਾ ਕਹਿ ਦਿੰਦੇ ਨੇ। ਕਈ ਵਾਰ ਸੋਕਾ ਪੈ ਜਾਂਦਾ ਹੈ, ਪ੍ਰੋਪਰ ਪਾਣੀ ਮਿਲ ਨਹੀਂ ਪਾਉਂਦਾ ਪਲਾਂਟਸ ਨੂੰ, ਤਾਂ ਉਹਨਾਂ ਨੇ ਖਤਮ ਹੀ ਹੋਣਾ, ਉਹਨਾਂ ਨੇ ਸੁੱਕਣਾ ਹੀ ਆ। ਠੀਕ ਹੈ, ਫਿਰ ਇਹ ਵੀ ਹੋ ਜਾਂਦਾ ਹੈ। ਫਿਰ ਸੋਕੇ ਦਾ ਤਾਂ ਰੀਜ਼ਨ ਤੁਹਾਨੂੰ ਪਤਾ ਹੀ ਹੈ ਕਿ ਜ਼ਮੀਨ ਜਿਹੜੀ ਉਹਨੂੰ ਵੀ ਪ੍ਰੋਪਰ ਪਾਣੀ ਨਹੀਂ ਮਿਲਦਾ, ਰੇਨਿੰਗ ਨਹੀਂ ਹੁੰਦੀ ਅੱਛੇ ਤਰੀਕੇ ਨਾਲ, ਉਹ ਵੀ ਫਿਰ ਕੀ ਹੁੰਦਾ ਹੈ? ਖਤਮ ਹੋ ਜਾਂਦੇ ਆ ਪਲਾਂਟਸ ਉਹਦੇ ਨਾਲ ਵੀ। ਸਾਈਕਲੋਨਸ, ਚੱਕਰਵਾਤ ਜਿਹਨੂੰ ਕਹਿੰਦੇ ਨੇ, ਇੰਨੇ ਚੱਕਰਵਾਤ ਕਈ ਵਾਰ ਤਾਂ ਹੋ ਜਾਂਦੇ ਨੇ ਕਿ ਖਤਰਨਾਕ ਇੰਨੇ ਹੁੰਦੇ ਨੇ ਕਿ ਉਹ ਸਾਰੇ ਦੇ ਸਾਰੇ ਦਰਖਤ ਜਿਹੜੇ ਨਾ ਜੜ੍ਹੋਂ ਨਿਕਲ ਜਾਂਦੇ ਨੇ, ਜੜ੍ਹ ਤੋਂ ਹੀ ਪੱਟ ਹੋ ਜਾਂਦੇ ਨੇ, ਰੂਟਸ ਤੋਂ ਹੀ ਪੱਟ ਹੋ ਜਾਂਦੇ ਨੇ। ਉਹ ਇੰਨੀ ਸਟਰੋਂਗ ਕਈ ਵਾਰ ਸਾਈਕਲੋਨਸ ਜਿਹੜੇ ਨੇ ਉਹ ਹੁੰਦੇ ਨੇ। ਠੀਕ ਹੈ, ਦੂਸਰਾ ਇੱਕ ਹੋਰ ਰੀਜ਼ਨ ਪੈਸਟ ਯਾਨੀ ਕਿ ਜਿਹੜੇ ਛੋਟੇ ਛੋਟੇ ਕੀੜੇ ਮਕੌੜੇ ਕਈ ਵਾਰ ਉਹ ਲੱਗ ਜਾਂਦੇ ਨੇ, ਉਹ ਵੀ ਖ਼ਤਮ ਕਰ ਦਿੰਦੇ ਨੇ ਜੰਗਲਾਂ ਨੂੰ। ਠੀਕ ਹੈ, ਡਿਸੀਜ਼ਜ਼ ਲੱਗ ਜਾਂਦੀਆਂ ਨੇ ਕਈ ਵਾਰ, ਪਲਾਂਟਸ ਨੂੰ ਡਿਸੀਜ਼ਜ਼ ਲੱਗ ਜਾਂਦੀਆਂ ਨੇ, ਉਹਦੇ ਨਾਲ ਵੀ ਇੱਕ ਤਰ੍ਹਾਂ ਜਿਹੜਾ ਹੈ ਫਿਰ ਉਹ ਡੀਫੋਰੈਸਟੇਸ਼ਨ ਹੀ ਹੋ ਜਾਂਦੀ ਹੈ। ਤਾਂ ਆਪਾਂ ਪੂਰੀ ਤਰ੍ਹਾਂ ਇਹ ਨਹੀਂ ਕਹਿ ਸਕਦੇ ਕਿ ਹਿਊਮਨ ਇਸ ਚੀਜ਼ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਆ, ਇੱਦਾਂ ਵੀ ਨਹੀਂ ਆਪਾਂ ਕਹਿ ਸਕਦੇ। ਪਰ ਆਪਾਂ ਇਸ ਚੀਜ਼ ਨੂੰ ਨਕਾਰ ਵੀ ਨਹੀਂ ਸਕਦੇ ਕਿ ਜ਼ਿਆਦਾ ਜਿਹੜਾ ਰੀਜ਼ਨ ਹੈ ਨਾ ਉਹ ਹਿਊਮਨ ਬੀਇੰਗ ਹੀ ਹੈ। ਹਿਊਮਨ ਬੀਇੰਗ ਹੀ ਇਸ ਚੀਜ਼ ਦੇ ਵਿੱਚ ਜ਼ਿਆਦਾ ਜਿਹੜਾ ਆ ਉਹ ਰੋਲ ਉਹਦਾ ਆ ਡੀਫੋਰੈਸਟੇਸ਼ਨ ਦੇ ਵਿੱਚ। ਠੀਕ ਹੈ, ਇੱਦਾਂ ਦੇ ਜਿਹੜੇ ਨੈਚੁਰਲ ਚੀਜ਼ਾਂ ਨੇ ਉਹ ਤਾਂ ਕਦੇ ਕਦੇ ਹੁੰਦੀਆਂ ਨੇ। ਫਲੱਡ ਕਦੇ ਆਉਂਦਾ ਹੈ, ਸਾਲ 'ਚ ਇੱਕ ਦੋ ਵਾਰ ਆ ਜਾਂਦਾ ਆ, ਜਾਂ ਸਾਈਕਲੋਨ ਕਦੇ ਕਦੇ ਹੁੰਦੇ ਆ, ਅਰਥਕੁਏਕ ਆ ਜਾਂਦਾ ਹੈ ਕਦੇ ਕਦੇ ਹੁੰਦਾ ਹੈ। ਲੇਕਿਨ ਆਪਾਂ ਡੇਲੀ ਕੀ ਕਰਦੇ ਹਾਂ? ਆਪਾਂ ਹਿਊਮਨ ਬੀਇੰਗ ਕੀ ਕਰਦਾ? ਉਹਨੂੰ ਕੱਟ ਰਿਹਾ ਆ। ਹਿਊਮਨ ਬੀਇੰਗ ਦਾ ਇੱਕ ਦੇਖੋ ਓਵਰ ਗਰੇਜ਼ਿੰਗ ਦਾ ਮਤਲਬ ਕੀ ਹੁੰਦਾ ਹੈ? ਓਵਰਗ੍ਰੇਜ਼ਿੰਗ ਦਾ ਮਤਲਬ ਕੀ ਹੁੰਦਾ ਹੈ? ਜਿਹੜੇ ਆਪਣੇ ਐਨੀਮਲਸ ਰੱਖੇ ਹੋਏ ਨੇ ਨਾ ਹਿਊਮਨ ਬੀਇੰਗ ਨੇ ਆਪਣੇ ਫਾਇਦੇ ਦੇ ਵਾਸਤੇ, ਘਰਾਂ ਦੇ ਵਿੱਚ ਮੱਝਾਂ ਗਾਵਾਂ ਰੱਖੀਆਂ ਹੁੰਦੀਆਂ ਆ, ਉਹਨਾਂ ਨੂੰ ਉਹ ਆਪਣੇ ਵੱਲੋਂ ਚਾਰਾ ਨਹੀਂ ਦਿੰਦੇ, ਉਹ ਚਰਾਉਣ ਲੈ ਜਾਂਦੇ ਨੇ। ਚਲੋ ਇੱਕ ਤਰ੍ਹਾਂ ਠੀਕ ਹੈ, ਲੇਕਿਨ ਉਹ ਓਵਰਗ੍ਰੇਜ਼ਿੰਗ ਜਦੋਂ ਹੋ ਜਾਂਦੀ ਹੈ ਨਾ, ਫਿਰ ਉਹ ਖ਼ਤਮ ਹੀ ਹੋ ਜਾਂਦੇ ਨੇ ਸਾਰੇ ਪਲਾਂਟਸ, ਸਾਰਾ ਤਾਂ ਮੱਝਾਂ ਗਾਵਾਂ ਖਾ ਜਾਂਦੀਆਂ ਆ। ਠੀਕ ਹੈ, ਸੋ ਇਹ ਵੀ ਇੱਕ ਰੀਜ਼ਨ ਹੁੰਦਾ ਆ। ਦੂਸਰਾ ਹੈਗਾ ਟਿੰਬਰ। ਟਿੰਬਰ ਐਕਸਟ੍ਰੈਕਸ਼ਨ ਦੇਖੋ, ਟਿੰਬਰ ਐਕਸਟ੍ਰੈਕਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਐਕਸਟ੍ਰੈਕਸ਼ਨ ਆਫ ਟਿੰਬਰ ਫਰੋਮ ਫੋਰੈਸਟ ਇਜ਼ desired only to some extent. It is desired till it does not fall in the category of deforestation, but its excessive extraction has detrimental ਦੇਖੋ ਗੱਲ ਸੁਣੋ, ਇੱਕ ਤਾਂ ਇਹ ਹੁੰਦਾ ਆ ਕਿ ਮੰਨ ਲਓ ਜੰਗਲ ਦੀ, ਹੁਣ ਦੇਖੋ ਆਪਾਂ ਫਰਨੀਚਰ ਬਣਾਉਂਦੇ ਹਾਂ, ਠੀਕ ਹੈ, ਟਿੰਬਰ ਦੀ ਜ਼ਰੂਰਤ ਹੈਗੀ ਆ। ਇਹ ਕਹਿ ਰਹੇ ਨੇ ਉਹ ਕਿ ਇੱਕ ਤਾਂ ਹੁੰਦਾ ਆ ਕਿ ਚਲੋ ਠੀਕ ਹੈ, ਅਸੀਂ ਟਿੰਬਰ ਦੀ ਸਾਨੂੰ ਜ਼ਰੂਰਤ ਹੈ, ਅਸੀਂ ਤਾਂ ਲੱਕੜੀਆਂ ਕੱਟ ਲਈਆਂ, ਲੇਕਿਨ ਇੱਕ ਇਹਨੂੰ ਓਵਰ ਕੱਟਣਾ, ਇੱਕ ਹੁੰਦਾ ਓਵਰ। ਉਹ ਕਹਿ ਰਹੇ ਨੇ ਕਿ ਬਟ ਇਟਸ ਐਕਸੈਸਿਵ ਐਕਸਟ੍ਰੈਕਸ਼ਨ ਹੈਜ਼ ਡੈਟਰੀਮੈਂਟਲ ਇਫੈਕਟਸ ਔਨ ਫੋਰੈਸਟ ਐਜ਼ ਵੈਲ ਐਜ਼ ਔਨ ਦ ਲਾਈਫ ਸਟਾਈਲ ਆਫ ਟਰਾਈਬਲ ਪੀਪਲ ਲਿਵਿੰਗ ਇਨ ਦਿਸ ਰੀਜਨ। Amongst these, the major ill effects are the same as found in deforestation. ਜੰਗਲਾਂ ਦੇ ਵਿੱਚ ਟਰਾਈਬਲ ਪੀਪਲ ਰਹਿੰਦੇ ਨੇ, ਜਿਹੜੇ ਜੰਗਲਾਂ ਦੇ ਵਿੱਚ ਹੁੰਦੇ ਨਾ, ਉਹਨਾਂ ਨੂੰ ਟਰਾਈਬਲ ਪੀਪਲ ਕਹਿੰਦੇ ਨੇ, ਜਿਨ੍ਹਾਂ ਦਾ ਕੋਈ ਇੱਦਾਂ ਬਾਹਲਾ ਕੁਛ ਖਾਸ ਟਿਕਾਣਾ ਨਹੀਂ ਹੁੰਦਾ ਜਾਂ ਕੁਛ ਉਹਨਾਂ ਦੇ ਪੱਕੇ ਘਰ ਨਹੀਂ ਹੁੰਦੇ, ਉਹਨਾਂ ਦੀ ਵੀ ਲਾਈਫ ਅਫੈਕਟ ਹੁੰਦੀ ਹੈ ਇਸ ਚੀਜ਼ ਨਾਲ। ਠੀਕ ਹੈ, ਬਾਕੀ ਜਿਹੜੇ ਜੰਗਲ ਆ ਕੱਟ ਹੁੰਦੇ ਉਹ ਤਾਂ ਹੁੰਦੇ ਹੀ ਹੁੰਦੇ ਆ। ਹੁਣ ਆਪਾਂ ਇਹ ਹੁੰਦਾ ਆ ਕਿ
ਟਿੰਬਰ ਆਪਾਂ ਅਗਰ ਕੋਈ ਬੱਚੇ ਸੋਚਦੇ ਨੇ ਕਿ ਚਲੋ ਟਿੰਬਰ ਅਗਰ ਆਪਾਂ ਯੂਜ਼ ਕਰਦੇ ਹਾਂ ਅਤੇ ਹੁਣ ਜਿਹਨਾਂ ਨੂੰ ਆਪਾਂ ਯੂਜ਼ ਨਾ ਕਰੀਏ ਫਿਰ ਆਪਾਂ ਕਾਹਦਾ ਮਟੀਰੀਅਲ ਕੀ ਮਟੀਰੀਅਲ ਯੂਜ਼ ਕਰੀਏ ਆਪਾਂ ਫਰਨੀਚਰ ਦੇ ਲਈ। ਅੱਜ ਕੱਲ੍ਹ ਤਾਂ ਉਹ ਚੱਲ ਰਿਹਾ ਫਰਨੀਚਰ ਦੇ ਜਿਹੜੇ ਲੱਕੜੀ ਦੀ ਬਜਾਏ ਉਹ ਚੱਲ ਰਹੇ ਨੇ ਕੀ ਨਾਮ ਸੀ ਉਹਦਾ, ਐਲੂਮੀਨੀਅਮ ਦੇ ਡੋਰ ਚੱਲ ਗਏ ਨੇ, ਐਲੂਮੀਨੀਅਮ ਦੇ ਫਰਨੀਚਰ ਆ ਗਿਆ ਆ। ਲੱਕੜੀ ਦਾ ਫਰਨੀਚਰ ਹੁਣ ਘੱਟ ਹੋ ਗਿਆ ਆ ਕਿਉਂਕਿ ਪਲਾਂਟਸ ਹੀ ਨਹੀਂ ਬਚੇ। 1950 ਤੋਂ ਬਾਅਦ ਟਿੰਬਰ ਐਕਸਟ੍ਰੈਕਸ਼ਨ ਇੰਨਾ ਜ਼ਿਆਦਾ ਵਧਿਆ ਕਿ ਹੁਣ ਹੌਲੀ ਹੌਲੀ ਕੀ ਆ, ਹੁਣ ਤੁਸੀਂ ਦੇਖਦੇ ਹੋਣੇ ਆ ਤੁਹਾਡੇ ਵੀ ਕਈਆਂ ਦੇ ਘਰਾਂ ਦੇ ਵਿੱਚ ਲੱਗੇ ਹੁੰਦੇ ਨੇ ਕਿ ਐਲੂਮੀਨੀਅਮ ਦੇ ਦਰਵਾਜ਼ੇ ਲੱਗੇ ਹੁੰਦੇ ਨੇ, ਐਲੂਮੀਨੀਅਮ ਦੇ ਡੋਰ, ਐਲੂਮੀਨੀਅਮ ਦੀਆਂ ਵਿੰਡੋਜ਼, ਰਾਈਟ। ਆਪਣੇ ਇੱਥੇ ਕਾਲਜ ਵੀ ਐਲੂਮੀਨੀਅਮ ਦੀਆਂ ਵਿੰਡੋਜ਼ ਲੱਗੀਆਂ ਹੋਈਆਂ ਨੇ। ਹੁਣ ਲੱਕੜੀ ਬਚੀ ਨਹੀਂ ਆ, ਕੁਛ ਬਚਿਆ ਹੀ ਨਹੀਂ ਆ, ਹੁਣ ਕੁਛ ਵੀ ਨਹੀਂ ਬਚਿਆ ਹੁਣ। ਫਿਰ ਇੱਕ ਦੇਖੋ ਤੁਸੀਂ ਮਾਈਨਿੰਗ ਕੀ ਹੁੰਦਾ ਹੈ ਦੱਸੋ, ਕਿਸੇ ਨੂੰ ਪਤਾ ਹੈ ਮਾਈਨਿੰਗ ਕੀ ਹੁੰਦਾ ਹੈ? ਦੱਸੋ ਜੇ ਕਿਸੇ ਨੂੰ ਮਾਈਨਿੰਗ ਪਤਾ ਹੈ ਕਿ ਮਾਈਨਿੰਗ ਕੀ ਹੁੰਦਾ। ਹਾਂਜੀ BCA ਫਸਟ ਈਅਰ ਦੱਸੋ ਮਾਈਨਿੰਗ ਕੀ ਹੁੰਦਾ ਹੈ ਜੇ ਕਿਸੇ ਨੂੰ ਨਹੀਂ। ਹਾਂਜੀ ਦੱਸੋ। ਮੈਮ ਕੋਲਾ ਵਗੈरह ਮਿਲਦਾ। ਹਾਂ, ਨੋਟ ਓਨਲੀ ਕੋਲਾ, ਹੋਰ ਵੀ ਬਹੁਤ ਕੁਛ, ਮੈਟਲਸ, ਮਿਨਰਲਸ, ਮੈਮ ਗੋਲਡ ਵਗੈरह। ਵੈਰੀ ਗੁੱਡ ਠੀਕ ਹੈ। ਦੇਖੋ ਕੀ ਹੁੰਦਾ ਹੈ ਮਾਈਨਿੰਗ ਐਕਚੁਅਲੀ ਕਿ ਮਿਨਰਲਸ ਜਿਹੜੇ ਨੇ ਨਾ ਉਹ ਜ਼ਮੀਨ ਦੇ ਉੱਪਰ ਨਹੀਂ ਹੈਗੇ, ਉਹ ਜ਼ਮੀਨ ਦੇ ਨੀਚੇ ਨੇ, ਅਰਥ ਦੀ ਕਰਸਟ ਦੇ ਵਿੱਚ ਨੇ, ਠੀਕ ਹੈ। ਮਿਨਰਲਸ ਕਿਹੜੇ ਹੋ ਸਕਦੇ ਨੇ? ਉਹ ਗੋਲਡ ਹੋ ਸਕਦਾ ਹੈ, ਸਿਲਵਰ ਹੋ ਸਕਦਾ ਹੈ, ਇੱਥੇ ਦੱਸਿਆ ਹੋਇਆ ਸਾਰਾ, ਡਾਇਮੰਡ, ਆਇਰਨ, ਕੋਲ, ਯੂਰੇਨੀਅਮ, ਇਹ ਸਾਰੇ ਕੀ ਨੇ? ਇਹ ਮਿਨਰਲਸ ਨੇ, ਠੀਕ ਹੈ। ਇਹ ਮਿਨਰਲਸ ਜਿਹੜੇ ਨੇ ਨਾ ਆਪਾਂ ਨੂੰ ਜ਼ਮੀਨ ਦੇ ਨੀਚੇ ਮਿਲਦੇ ਨੇ ਔਰ ਇੰਨੇ ਕੁ ਥੱਲੇ ਹੁੰਦੇ ਨੇ ਇਹ ਕਿ ਆਪਾਂ ਨੂੰ ਜ਼ਮੀਨ ਨੂੰ ਬਹੁਤ ਜ਼ਿਆਦਾ ਪੁੱਟਣਾ ਪੈਂਦਾ ਹੈ। ਹਾਂਜੀ ਮੈਮ ਯੂਰੇਨੀਅਮ ਕਿਹੜਾ ਹੁੰਦਾ ਮੈਡਮ? ਯੂਰੇਨੀਅਮ ਦੇਖੋ, ਯੂਰੇਨੀਅਮ ਵੀ ਇੱਕ ਮੈਟਲ ਹੈ। ਤੁਸੀਂ ਦੇਖੋ ਯੂਰੇਨੀਅਮ ਜਿਹੜਾ ਹੁੰਦਾ ਹੈ ਨਾ ਉਹ ਹੁੰਦਾ ਆ ਇੱਕ ਚਮਕਦਾ ਹੁੰਦਾ ਆ ਲਾਈਟ ਦੇ ਵਿੱਚ ਚਮਕਦਾ ਹੁੰਦਾ ਯੂਰੇਨੀਅਮ। ਤੁਹਾਨੂੰ ਇੱਦਾਂ ਦੇਖਣ ਨੂੰ ਨੈਚੁਰਲੀ ਜਾਂ ਡਾਇਰੈਕਟਲੀ ਤੁਸੀਂ ਨਹੀਂ ਇਨਵਾਇਰਮੈਂਟ ਦੇ ਵਿੱਚ ਉਹਨੂੰ ਦੇਖੋਗੇ, ਠੀਕ ਹੈ। ਸਿਲਵਰ, ਗੋਲਡ, ਇਹ ਸਾਰੀਆਂ ਚੀਜ਼ਾਂ ਤਾਂ ਤੁਸੀਂ ਡਾਇਰੈਕਟਲੀ ਦੇਖਦੇ ਹੀ ਹੋ, ਸਾਰੇ ਡਾਇਮੰਡ ਵਗੈਰਾ। ਡਾਇਮੰਡ ਦਾ ਮੈਂ ਦੇਖਿਆ ਨਹੀਂ ਕਦੇ ਰੀਅਲ ਵਾਲਾ, ਗੋਲਡ, ਸਿਲਵਰ ਆਪਾਂ ਹੈ ਨਾ ਦੇਖਦੇ ਹਾਂ, ਕੋਲ ਦੇਖਦੇ ਹਾਂ, ਆਇਰਨ ਦੇਖਦੇ ਹਾਂ, ਲੇਕਿਨ ਯੂਰੇਨੀਅਮ ਜਿਹੜਾ ਉਹ ਤੁਹਾਨੂੰ ਇੱਦਾਂ ਨਹੀਂ ਦਿਖੇਗਾ। ਯੂਰੇਨੀਅਮ ਦਾ ਇੱਕ ਤਾਂ ਜਿਹੜਾ ਯੂਰੇਨੀਅਮ ਦੀ ਐਕਸਟ੍ਰੈਕਸ਼ਨ ਜਿਹੜੀ ਹੈ ਨਾ, ਯਾਨੀ ਕਿ ਨੀਚੇ ਉਹਨੂੰ ਕੱਢਿਆ ਬਹੁਤ ਘੱਟ ਜਾਂਦਾ ਹੈ, ਇੱਦਾਂ ਨਹੀਂ ਉਹਨੂੰ ਕੱਢਿਆ ਜਾਂਦਾ। ਦੂਸਰਾ ਇਹ ਆ ਕਿ ਉਹ ਥੋੜ੍ਹਾ ਜਿਹਾ ਹਾਰਮਫੁਲ ਹੁੰਦਾ ਹੈ, ਠੀਕ ਹੈ, ਇਸ ਲਈ ਆਪਾਂ ਨੂੰ ਇੱਦਾਂ ਦੇਖਣ ਨੂੰ ਨਹੀਂ ਮਿਲਦਾ ਉਹ। ਹਾਂ ਅੱਛਾ ਹਾਂਜੀ। ਯੂਰੇਨੀਅਮ ਦੀਆਂ ਜਿਹੜੀਆਂ ਨਾ ਹਾਂਜੀ ਰੁਕੋ, ਮੈਂ ਵੈਸੇ ਨਾ ਮੈਂ ਸੁਣਿਆ ਸੀ ਇਹ ਕਿ ਵੈਸੇ ਮੈਨੂੰ ਇੱਕ ਚੀਜ਼ ਦੱਸੋ ਜਰਾ ਤੁਸੀਂ ਕਿ ਜਿਹੜੇ ਉਹ ਆਪਣੇ ਬਾਈਕ ਜਾਂ ਫਿਰ ਜਿੱਦਾਂ ਆਪਾਂ ਵਹੀਕਲਸ ਯੂਜ਼ ਕਰਦੇ ਹਾਂ ਉਹਨਾਂ ਦੇ ਪਿੱਛੇ ਜਿਹੜੀ ਨੰਬਰ ਪਲੇਟ ਹੁੰਦੀ ਆ ਉਹ ਜਦੋਂ ਲਾਈਟ ਜਗਦੀ ਹੈ ਉਹਦੇ ਵਿੱਚ ਵੀ ਇੱਕ ਮੈਟਲ ਹੁੰਦੀ ਆ, ਆਈ ਥਿੰਕ ਉਹ ਯੂਰੇਨੀਅਮ ਹੁੰਦਾ ਹੈ। ਜਦੋਂ ਰਾਤ ਨੂੰ ਲਾਈਟ ਜਗਦੀ ਹੈ ਉਹ ਲਾਈਟ ਜਗਦੀ ਇੱਦਾਂ ਨਹੀਂ ਮਤਲਬ ਕਿ ਬਹੁਤ ਬਲਬ ਵਾਂਗੂ ਜਗਦੀ ਨਹੀਂ, ਉਹ ਥੋੜ੍ਹੀ ਜਿਹੀ ਸ਼ਾਈਨ ਕਰਦੀ ਹੈ, ਉਹ ਯੂਰੇਨੀਅਮ ਹੁੰਦਾ ਹੈ ਉਹਦੇ ਵਿੱਚ, ਠੀਕ ਹੈ ਜੀ। ਉਹ ਯੂਰੇਨੀਅਮ ਮੈਟਲ ਹੁੰਦੀ ਆ ਜਿਹਦੇ ਕਰਕੇ ਉਹ ਲਾਈਟ ਜਿਹੜੀ ਆ ਉਹ ਜਗਦੀ ਹੈ। ਹੋਰ ਵੀ ਬਹੁਤ ਸਾਰੇ ਇਹਦੇ ਯੂਜ਼ਸ ਨੇ, ਮੈਂ ਤੁਹਾਨੂੰ ਸਾਰੇ ਦੱਸ ਦੂੰਗੀ, ਡੋਂਟ ਵਰੀ, ਠੀਕ ਹੈ ਜੀ। ਅੱਛਾ ਜੀ, ਦੂਸਰੀ ਚੀਜ਼ ਹੁਣ ਆਪਣੇ ਕੋਲ ਹੈ ਕਿ ਮਾਈਨਿੰਗ ਜਿਹੜੀ ਹੈ ਆਪਾਂ ਕੋਲੇ ਦੀ ਖਾਣ, ਠੀਕ ਹੈ, ਸੋਨੇ ਦੀ ਖਾਣ ਆਪਾਂ ਇਹਨੂੰ ਕਹਿੰਦੇ ਆ ਨਾ, ਉਹ ਹੁੰਦੀ ਆ ਮਾਈਨਿੰਗ, ਠੀਕ ਹੈ। ਮਾਈਨਿੰਗ ਦੇ ਵਿੱਚ ਕੀ ਹੁੰਦਾ ਆ ਕਿ ਆਪਾਂ ਜਿਹੜਾ ਆ ਕੋਲਾ, ਗੋਲਡ, ਸਿਲਵਰ, ਡਾਇਮੰਡ, ਇਹ ਸਾਰੇ ਆਪਾਂ ਨੀਚੋਂ ਕੱਢਦੇ ਹਾਂ, ਠੀਕ ਹੈ, ਧਰਤੀ ਦੇ ਵਿੱਚੋਂ, ਯਾਨੀ ਕਿ ਅਰਥ ਦੀ ਕਰਸਟ ਦੇ ਵਿੱਚੋਂ ਆਪਾਂ ਕੱਢਦੇ ਹਾਂ। ਹੁਣ ਜਿਹੜਾ ਇਹ ਮਾਈਨਿੰਗ ਹੈ ਨਾ, ਜਿਹੜੇ ਮਾਈਨਰਸ ਹੁੰਦੇ ਨੇ, ਜਿਹੜੇ ਮਾਈਨਿੰਗ ਕਰਦੇ ਨੇ, ਉਹਨਾਂ ਲਈ ਵੀ ਇਹ ਚੀਜ਼ ਬਹੁਤ ਮੁਸ਼ਕਿਲ ਹੈ। ਮਾਈਨਿੰਗ ਜਿਹੜੀ ਹੈ ਨਾ ਇੱਕ ਬਹੁਤ ਹੀ ਡੇਂਜਰਸ ਪ੍ਰੋਸੈਸ ਹੈ ਕਿਉਂਕਿ ਇਹ ਬਹੁਤ ਨੀਚੇ ਜਾ ਕੇ ਕੱਢਣੀ ਪੈਂਦੀ ਹੈ ਅਤੇ ਜਿੰਨੀ ਆਪਾਂ ਨੀਚੇ ਜਾਈ ਜਾਵਾਂਗੇ ਆਕਸੀਜਨ ਕਿੱਥੇ ਹੁੰਦੀ ਹੈ ਇੰਨੀ ਪ੍ਰੋਪਰ, ਠੀਕ ਹੈ। ਉਹਨਾਂ ਲਈ ਇਹ ਚੀਜ਼ ਬਹੁਤ ਜ਼ਿਆਦਾ ਡੇਂਜਰਸ ਹੈ, ਮਾਈਨਿੰਗ ਦੀ ਪ੍ਰੋਸੈਸ ਹੈ। ਇੱਥੇ ਕੀ ਕਹਿ ਰਹੇ ਨੇ ਕਿ ਮਾਈਨਿੰਗ ਇਜ਼ ਦ ਸੋਰਸ ਆਫ ਆਲ ਸਬਸਟੈਂਸਿਸ ਦੈਟ ਕੈਨ ਨਾਟ ਬੀ ਓਬਟੇਨਡ ਬਾਈ ਇੰਡਸਟਰੀਅਲ ਪ੍ਰੋਸੈਸਿਸ ਔਰ ਥਰੂ ਐਗਰੀਕਲਚਰ, ਯਾਨੀ ਕਿ ਇਹ ਜ਼ਮੀਨ ਦੇ ਵਿੱਚ ਹੁੰਦੇ ਨੇ, ਨੀਚੇ ਹੁੰਦੇ ਨੇ। ਇੰਡਸਟਰੀਜ਼ ਆਪਾਂ ਇੱਦਾਂ ਬਾਜ਼ਾਰੋਂ ਨਹੀਂ ਇਹਨੂੰ ਖਰੀਦ ਸਕਦੇ, ਜ਼ਮੀਨ 'ਚ ਹੁੰਦੇ ਨੇ,
ਤੇ ਇਹਦੀ ਪ੍ਰੋਸੈਸ ਜਿਹੜੀ ਹੈ ਨਾ ਕੱਢਣੀ, ਇਹ ਤਾਂ ਹੀ ਇਹ ਇੰਨੇ ਮਹਿੰਗੇ ਨੇ। ਇਹ ਚੀਜ਼ਾਂ ਕਿਉਂ ਮਹਿੰਗੀਆਂ ਨੇ? ਕਿਉਂਕਿ ਇੱਦਾਂ ਹੀ ਆਮ ਆਪਾਂ ਨੂੰ ਨਹੀਂ ਮਿਲਦੀਆਂ। ਜਿੱਦਾਂ ਸਬਜ਼ੀਆਂ ਮਿਲ ਜਾਂਦੀਆਂ, ਫਰੂਟਸ ਮਿਲ ਜਾਂਦੇ, ਇੱਦਾਂ ਥੋੜ੍ਹੀ ਮਿਲਦੀਆਂ ਇਹ, ਐਗਰੀਕਲਚਰਲ ਦੇ ਵੇ ਨਾਲ ਥੋੜ੍ਹੀ ਮਿਲਦੀਆਂ ਇਹ। ਅਤੇ ਦੂਸਰੀ ਚੀਜ਼ ਇਹ ਕਿ ਹੁਣ ਇੱਕ ਇਹ ਵੀ ਹੈ ਕਿ ਇਹ ਆਪਾਂ ਕਹਿ ਦਈਏ ਕਿ ਚੱਲ ਆਪਾਂ ਹੁਣ ਇੱਥੇ ਘਰ ਬੈਠੇ ਹਾਂ ਤਾਂ ਆਪਣੇ ਸ਼ਾਇਦ ਇੱਥੇ ਕੋਲੇ ਦੀ ਖਾਣ ਹੋਊਗੀ ਜਾਂ ਫਿਰ ਸੋਨੇ ਦੀ ਹੋਊਗੀ ਜਾਂ ਡਾਇਮੰਡ ਦੀ ਹੋਊਗੀ ਤਾਂ ਆਪਾਂ ਇਹਨੂੰ ਪੱਟਣ ਲੱਗ ਜਾਈਏ। ਨਹੀਂ, ਇੱਦਾਂ ਵੀ ਨਹੀਂ ਹੈਗਾ, ਇੱਦਾਂ ਵੀ ਨਹੀਂ ਹੈਗਾ। ਇਹ ਕਿਤੇ ਕਿਤੇ ਹੀ ਮਿਲਦਾ ਆ। ਇਹਦੇ ਲਈ ਸਭ ਤੋਂ ਪਹਿਲਾਂ ਜਿਹੜੀ ਆ ਗਵਰਨਮੈਂਟ ਜਿਹੜੀ ਆ ਉਹ ਪਹਿਲਾਂ ਉਸ ਚੀਜ਼ ਨੂੰ, ਉਸ ਜਗ੍ਹਾ ਨੂੰ, ਉਸ ਲੈਂਡ ਨੂੰ ਜਿਹੜੀ ਆ ਪਹਿਲਾਂ ਡਿਟੈਕਟ ਕਰਦੀ ਆ ਕਿ ਕਿੱਥੇ ਹੁੰਦੀ ਆ ਇਹ, ਠੀਕ ਹੈ, ਕਿੱਥੇ ਇਹ ਖਾਣ ਜਿਹੜੀ ਆਪਾਂ ਨੂੰ ਮਿਲ ਜਾਂਦੀ ਹੈ, ਮਿਲ ਸਕਦੀ ਹੈ। ਫਿਰ ਉਸ ਤੋਂ ਬਾਅਦ ਹੀ ਉਹ ਚੀਜ਼, ਉਸ ਤੋਂ ਬਾਅਦ ਉੱਥੇ ਉਹਨੂੰ ਪੱਟਿਆ ਜਾਂਦਾ ਆ, ਫਿਰ ਉਸ ਤੋਂ ਬਾਅਦ ਉੱਥੋਂ ਐਕਸਟਰੈਕਟ ਕੀਤਾ ਜਾਂਦਾ ਇਹਨਾਂ ਸਾਰੇ ਮਿਨਰਲਸ ਨੂੰ। ਐਵੇਂ ਤਾਂ ਨਹੀਂ ਇੰਨੇ ਮਹਿੰਗੇ ਇਹ ਗੋਲਡ, ਸਿਲਵਰ, ਡਾਇਮੰਡ ਕਿਉਂ ਇੰਨੇ ਮਹਿੰਗੇ ਆ? ਤਾਂ ਹੀ ਮਹਿੰਗੇ ਨੇ ਕਿਉਂਕਿ ਇਹ ਇੱਦਾਂ ਹੀ ਨਹੀਂ ਮਿਲ ਜਾਂਦੇ। ਜੇ ਕਿਤੇ ਇੱਦਾਂ ਹੀ ਲੱਗੇ ਹੁੰਦੇ ਆ ਸਬਜ਼ੀਆਂ ਵਾਂਗੂ, ਤੋਰੀਆਂ ਵਾਂਗੂ, ਤਾਂ ਐਵੇਂ ਫਿਰ ਕਿਉਂ ਮਹਿੰਗੇ ਹੋਣੇ ਸੀ ਇਹ ਇੰਨੇ? ਹਰ ਕੋਈ ਇਹਨਾਂ ਨੂੰ ਫਿਰ ਲੈ ਸਕਦਾ ਸੀ, ਐਕਸਟਰੈਕਟ ਕਰ ਸਕਦਾ ਸੀ। ਇਸੇ ਲਈ ਇਹ ਚੀਜ਼ਾਂ ਜਿਹੜੀਆਂ ਨੇ ਇਹ ਮਹਿੰਗੀਆਂ ਨੇ, ਠੀਕ ਹੈ, ਕਿਉਂਕਿ ਇਹ ਆਪਾਂ ਨੂੰ ਹਰ ਜਗ੍ਹਾ ਨਹੀਂ ਮਿਲਦੀਆਂ। ਬਾਕੀ ਗੋਲਡ, ਸਿਲਵਰ, ਇਹ ਸਾਰੀਆਂ ਚੀਜ਼ਾਂ ਤਾਂ ਆਪਾਂ ਜਿਹੜੀਆਂ ਆ ਯੂਜ਼ ਕਰਦੇ ਹਾਂ ਔਰਨਾਮੈਂਟਸ ਦੇ ਲਈ, ਠੀਕ ਹੈ। ਦੂਸਰੀ ਚੀਜ਼ ਕੀ ਆ, ਹੁਣ ਮਾਈਨਿੰਗ ਦਾ ਜਿਹੜਾ ਆ, ਡੀਫੋਰੈਸਟੇਸ਼ਨ ਨਾਲ ਕੀ ਲੈਣਾ ਦੇਣਾ? ਡੀਫੋਰੈਸਟੇਸ਼ਨ ਨਾਲ ਇਹਦਾ ਬਹੁਤ ਜ਼ਿਆਦਾ ਹੈ। ਕੀ ਹੁੰਦਾ ਆ, ਕਈ ਵਾਰ ਹੁਣ ਮੰਨ ਲਓ ਗਵਰਨਮੈਂਟ ਨੂੰ ਪਤਾ ਲੱਗਾ ਕਿ ਇੱਥੇ ਇਸ ਜਗ੍ਹਾ 'ਤੇ ਜਿਹੜੀ ਆ ਮਾਈਨਿੰਗ ਜਿਹੜੀ ਆ ਹੋ ਸਕਦੀ ਆ, ਇੱਥੇ ਆਹ ਵਾਲੀ ਜਿਹੜੀ ਬਹੁਤ ਸਾਰਾ ਕੰਟੈਂਟ ਜਿਹੜਾ ਯਾਨੀ ਕਿ ਕੁਆਂਟਿਟੀ ਦੇ ਵਿੱਚ ਆਹ ਚੀਜ਼ ਮਿਨਰਲਸ ਜਿਹੜੇ ਨੇ ਪਏ ਹੋਏ ਨੇ। ਹੋ ਸਕਦਾ ਆ ਕਿ ਉਹ ਉੱਥੇ ਪਲਾਂਟਸ ਹੋਣ ਬਹੁਤ ਜ਼ਿਆਦਾ, ਪਰ ਗਵਰਨਮੈਂਟ ਨੇ ਇਹ ਥੋੜ੍ਹੀ ਦੇਖਣਾ ਹੈ ਕਿ ਇਹ ਪਲਾਂਟਸ ਜਿਹੜੇ ਨੇ ਜਾਂ ਇਹ ਫੋਰੈਸਟ ਜਿਹੜਾ ਹੈ ਸਾਰਾ ਖ਼ਰਾਬ ਹੋ ਜਾਊਗਾ। ਉਹਨੇ ਤਾਂ ਆਪਣੀ ਮਾਈਨਿੰਗ ਕਰਨੀ ਹੈ, ਉਹਨੇ ਆਪਣੀ ਮਾਈਨਿੰਗ ਕਰਨੀ ਹੈ। ਗਵਰਨਮੈਂਟ ਨੂੰ ਕੀ ਆ, ਗਵਰਨਮੈਂਟ ਨੂੰ ਇਸ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿ ਪਲਾਂਟਸ ਨਹੀਂ ਰਹਿ ਰਹੇ ਜਾਂ ਪਲਾਂਟਸ, ਇਹ ਮਾਈਨਿੰਗ ਕਰਨੀ ਹੈ। ਕਿਉਂ ਕਰਨੀ ਹੈ ਮਾਈਨਿੰਗ? ਕਿਉਂ ਜ਼ਰੂਰੀ ਹੈ ਮਾਈਨਿੰਗ? ਦੱਸੋ ਜ਼ਰਾ, ਕਿਉਂ ਮਿਨਰਲਸ ਜ਼ਰੂਰੀ ਨੇ ਇੰਨੇ? ਇੱਕ ਬੱਚੇ ਨੇ ਕਿਹਾ ਸੀ ਕਿ ਮੈਮ ਰਹਿਣ ਦਿਓ ਫਿਰ, ਕੁੜੀਆਂ ਕਿਉਂ, ਲੇਡੀਜ਼ ਜਿਹੜੀਆਂ ਨੇ ਜਿਊਲਰੀ ਪਾਉਂਦੀਆਂ ਨੇ ਜਾਂ ਕਿਉਂ ਕਰਦੀਆਂ ਨੇ, ਛੱਡੋ, ਰਹਿਣ ਦਿਓ, ਕੀ ਰੱਖਿਆ ਜਿਊਲਰੀ ਦੇ ਵਿੱਚ? ਕਿ ਜਿਊਲਰੀ ਰਹਿਣ ਦਿਓ ਫਿਰ ਪਾਉਣ ਨੂੰ, ਸੋਨਾ, ਗੋਲਡ, ਫਿਰ ਮਾਈਨਿੰਗ ਨਹੀਂ ਹੋਏਗੀ। ਮਾਈਨਿੰਗ ਦੇ ਨਾਲ ਕਿਸੇ ਨੂੰ, ਜਿਹੜੇ ਮਾਈਨਰਸ ਨੇ ਉਹਨਾਂ ਦੀ ਲਾਈਫ ਨੂੰ ਖਤਰਾ ਨਹੀਂ ਆ। ਡੀਫੋਰੈਸਟੇਸ਼ਨ ਨਹੀਂ ਹੋਏਗੀ। ਜ਼ਮੀਨ ਇੰਨੀ ਜ਼ਿਆਦਾ ਪੱਟੀ ਜਾਂਦੀ ਹੈ, ਇੰਨੀ ਜ਼ਿਆਦਾ ਜਿਹੜੀ ਅਰਥ ਦੇ ਵਿੱਚ ਇੰਨਾ ਡੀਪਲੀ ਜਦੋਂ ਜਾਣਾ ਹੈ ਤਾਂ ਕਿੰਨੀ ਜ਼ਮੀਨ ਪੱਟ ਹੁੰਦੀ ਅਤੇ ਕਿੰਨੀ ਜ਼ਿਆਦਾ ਜਿਹੜੀ ਫਰਟੀਲਿਟੀ ਹੈ ਸੋਇਲ ਦੀ ਉਹ ਖ਼ਤਮ ਹੋ ਜਾਂਦੀ ਹੈ। ਨੁਕਸਾਨ ਹੀ ਹੈ ਅਲਟੀਮੇਟਲੀ ਇਹਦਾ। ਲੇਕਿਨ ਫਿਰ ਵੀ ਗੁੱਡ ਮਾਰਨਿੰਗ ਮੈਮ। ਹਾਂਜੀ, ਗੁੱਡ ਮਾਰਨਿੰਗ। ਐਨੀ ਕੁਐਸਚਨ? ਨੋ ਮੈਮ। ਓਕੇ, ਸੋ ਕਿਉਂ ਫਿਰ ਵੀ ਕਿਉਂ ਗਵਰਨਮੈਂਟ ਜਿਹੜੀ ਮਾਈਨਿੰਗ ਕਰਵਾਉਂਦੀ ਹੈ? ਸਿਰਫ ਇਸ ਚੀਜ਼ ਲਈ ਕਿਉਂਕਿ ਗਵਰਨਮੈਂਟ ਜਿਹੜੀ ਆ ਫਿਰ ਉਸ ਕੰਟਰੀ ਦਾ ਜਿਹੜਾ ਨਾਮ ਹੈ ਵਰਲਡ ਦੇ ਵਿੱਚ, ਕੰਟਰੀਜ਼ ਦੇ ਵਿੱਚ ਆ ਜਾਂਦਾ ਹੈ ਕਿ ਹਾਂ ਇਸ ਕੰਟਰੀ ਦੇ ਵਿੱਚ ਸਭ ਤੋਂ ਜ਼ਿਆਦਾ ਸੋਨਾ ਆ, ਇੱਥੇ ਜ਼ਿਆਦਾ ਸਿਲਵਰ ਹੈ, ਇੱਥੇ ਡਾਇਮੰਡ ਹੈ। ਦੇਖਿਆ ਜਾਏ ਗੋਲਡ, ਸਿਲਵਰ, ਡਾਇਮੰਡ ਇਹਨਾਂ ਨੂੰ ਆਪਾਂ ਯੂਜ਼, ਇਹ ਕੋਈ ਉਹ ਤਾਂ ਹੈ ਨਹੀਂ, ਕੋਈ ਨੀਡ ਤਾਂ ਹੈ ਨਹੀਂ ਬੇਸਿਕ ਹਿਊਮਨ ਬੀਇੰਗ ਦੀ ਕਿ ਇਹ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ, ਰਾਈਟ? ਇੱਦਾਂ ਤਾਂ ਕੁਛ ਹੈ ਨਹੀਂ ਗਾ ਕਿ ਇਹ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ। ਲੇਕਿਨ ਫਿਰ ਵੀ ਆਪਾਂ ਇਸ ਚੀਜ਼ ਨੂੰ ਕਰਦੇ ਹਾਂ ਕਿਉਂਕਿ ਜਸਟ ਇਸ ਚੀਜ਼ ਲਈ ਕਿ ਅਸੀਂ, ਸਾਡੀ ਕੰਟਰੀ ਦਾ ਨਾਮ ਹੋਵੇ। ਬਾਕੀ ਬੇਸ਼ੱਕ ਫੋਰੈਸਟੇਸ਼ਨ ਜਿਹੜੀ ਹੈ ਉਹ ਖ਼ਤਮ ਹੋ ਜਾਵੇ, ਠੀਕ ਹੈ। ਇੱਥੇ ਲਿਖਿਆ ਹੋਇਆ ਹੈ ਇਫੈਕਟਸ ਔਨ ਲੈਂਡ। ਡੀਫੋਰੈਸਟੇਸ਼ਨ ਦਾ ਕੀ ਹੈ? ਮਾਈਨਿੰਗ ਰਿਕੁਆਇਰਸ ਲਾਰਜ ਏਰੀਆ ਆਫ ਲੈਂਡ ਟੂ ਬੀ ਕਲੀਅਰਡ ਸੋ ਦੈਟ ਅਰਥ ਕੁਡ ਬੀ ਡਗ ਇਨਟੂ ਬਾਈ ਦ ਮਾਈਨਰਸ। ਮਾਈਨਰਸ ਉਹਨੂੰ ਪੱਟ ਸਕਣ। ਫॉर दिस रीज़न लार्ज स्केल डिफोरेस्टेशन इज़ रिक्वायर्ड। बहुत ज़्यादा फिर उस टाइम तो उत्थे जिहड़ी है जिहड़ी ਜ਼ਮੀਨ ਜਿਹੜੀ ਆ ਉਹ ਪੱਟੀ ਜਾਂਦੀ ਹੈ ਅਤੇ ਫਿਰ ਓਬਵੀਅਸ ਜੀ ਗੱਲ ਹੈ ਜੇ ਉੱਥੇ ਫੋਰੈਸਟ ਨੇ ਤਾਂ ਫਿਰ ਉਹਨਾਂ ਨੇ ਉਹ ਕੱਟ ਦੇਣੇ ਆ, ਠੀਕ ਹੈ ਜੀ। ਬਿਸਾਈਡਸ ਕਲੀਅਰਿੰਗ ਦਾ ਮਾਈਨਿੰਗ ਏਰੀਆ, ਵੈਜੀਟੇਸ਼ਨ ਇਨ ਦਾ ਐਡਜੋਇਨਿੰਗ ਏਰੀਆਜ਼ ਆਲਸੋ ਨੀਡ ਟੂ ਬੀ ਕੱਟ। ਚਾਹੇ ਫਿਰ ਉੱਥੇ ਸਬਜ਼ੀਆਂ ਵੀ ਲੱਗੀਆਂ ਹੋਣ, ਜੋ ਮਰਜ਼ੀ ਹੋਵੇ, ਉਹਨਾਂ ਨੇ ਉਹ ਸਭ ਕੁਝ ਕੱਟ ਦੇਣਾ ਹੈ ਇਨ ਆਰਡਰ ਟੂ ਕੰਸਟਰਕਟ ਰੋਡਸ ਐਂਡ ਰੈਜ਼ੀਡੈਂਸ਼ੀਅਲ ਫੈਸਿਲਿਟੀਜ਼ ਫॉर द ਮਾਈਨ ਵਰਕਰਸ, ਤਾਂ ਕਿ ਉਹਨਾਂ ਦੇ ਲਈ ਮਾਈਨ ਵਰਕਰਸ ਜਿਹੜੇ ਨੇ, ਮਾਈਨਰਸ ਜਿਹੜੇ ਨੇ, ਉਹਨਾਂ ਲਈ ਸਹੀ ਹੋ ਸਕੇ, ਉਹ ਈਜ਼ੀਲੀ ਮਾਈਨਿੰਗ ਕਰ ਸਕਣ।
ਹਿਊਮਨ ਪਾਪੂਲੇਸ਼ਨ ਬ੍ਰਿੰਗਸ ਅਲੋਂਗ ਵਿਦ ਇਟ ਅਦਰ ਐਕਟੀਵਿਟੀਜ਼ ਦੈਟ ਹਾਰਮ ਦਾ এনवायरमेंट। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਹਿਊਮਨ এনवायरमेंट ਨੂੰ ਜਿਹੜਾ ਆ ਉਹ ਅਫੈਕਟ ਹੀ ਕਰਦੀਆਂ ਨੇ। ਲੇਕਿਨ ਦੇਖਿਆ ਜਾਵੇ ਤਾਂ ਇੰਨੀ ਕੋਈ ਖਾਸ ਜ਼ਰੂਰਤ ਹੈ ਨਹੀਂ ਇਹਦੀ, ਅਗਰ ਆਪਾਂ ਇਹਨੂੰ ਥੋੜ੍ਹਾ ਡੀਪਲੀ ਸੋਚੀਏ। ਮਾਈਨਿੰਗ ਦੀ ਹੋ ਚਲੋ ਕੋਲੇ ਦੀ ਹੋ ਸਕਦਾ ਹੈ ਕਿ ਜ਼ਰੂਰਤ ਹੈਗੀ ਆ, ਬਟ ਵਾਟ ਅਬਾਊਟ ਗੋਲਡ, ਸਿਲਵਰ, ਡਾਇਮੰਡ, ਆਇਰਨ ਦੀ ਵੀ ਚਲੋ ਹੋ ਸਕਦੀ ਹੈ। ਸੋਨੇ ਦੀ ਚਿੜੀ ਪੰਜਾਬ ਨੂੰ ਕਿਹਾ ਜਾਂਦਾ ਸੀ, ਪਤਾ ਹੈ ਨਾ ਇਹ ਚੀਜ਼ ਦਾ? ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। ਕਿਉਂ ਕਿਹਾ ਜਾਂਦਾ ਸੀ? ਕਿਉਂਕਿ ਬਹੁਤ ਸੋਨਾ ਸੀ ਇੱਥੇ, ਇੱਕ ਨਾਮ ਸੀਗਾ ਪੂਰੇ ਵਰਲਡ ਦੇ ਵਿੱਚ। ਇਸੇ ਲਈ ਤਾਂ ਇਹ ਸਾਰੀ ਗਵਰਨਮੈਂਟ ਜਿਹੜੀ ਇਹੀ ਚੀਜ਼ਾਂ ਇਸੇ ਲਈ ਤਾਂ ਕਰਦੀ ਹੈ ਕਿ ਨਾਮ ਹੋਵੇ, ਬਸ ਹੋਰ ਤਾਂ ਕੁਛ ਨਹੀਂ ਹੈ। ਨਰਿੰਦਰ ਮੋਦੀ ਜੀ ਨੇ ਲਾਸਟ ਈਅਰ ਉਹ ਜਿਹੜੇ ਉਹ ਕਰੋਨਾ ਦੇ ਟਾਈਮ 'ਤੇ ਜਦੋਂ ਲਾਕਡਾਊਨ ਲੱਗਾ ਹੋਇਆ ਸੀ, ਉਹ ਥਾਲੀਆਂ ਕਿਉਂ ਵਜਵਾਈਆਂ ਸੀ? ਉਹਦਾ ਕੋਈ ਸੀਗਾ ਕੋਈ ਖਾਸ ਉਹਦਾ ਰੀਜ਼ਨ? ਕੋਈ ਉਹਦਾ ਇਫੈਕਟ ਹੋਇਆ? ਕੁਛ ਨਹੀਂ। नो मैम। ਕਿਉਂ ਕਰਵਾਇਆ ਫਿਰ ਉਹਨੇ? ਉਹ ਕਿਉਂ ਕਰਵਾਇਆ ਕਿ ਵਰਲਡ ਦੇ ਵਿੱਚ ਬਸ ਜਸਟ ਫॉर ਸ਼ੋ ਆਫ। ਸੋ ਗਵਰਨਮੈਂਟ ਜਿਹੜੀ ਹੈ ਨਾ ਉਹਨੂੰ ਸਿਰਫ ਜਦੋਂ ਕੋਈ ਵੀ ਸਰਕਾਰ ਬਣਦੀ ਹੈ ਨਾ ਉਹਨੂੰ ਸਿਰਫ ਇਹ ਹੋ ਜਾਂਦਾ ਆ ਕਿ ਸਾਡੀ ਮੈਂ ਇਸ ਟਾਈਮ ਪਾਵਰ ਦੇ ਵਿੱਚ ਮੈਂ ਆ। ਹਰੇਕ ਪ੍ਰਾਈਮ ਮਿਨਿਸਟਰ ਨੂੰ ਇਹ ਹੁੰਦਾ ਕਿ ਮੈਂ ਪਾਵਰ 'ਚ ਹਾਂ ਇਸ ਟਾਈਮ, ਅਤੇ ਮੇਰੇ ਟਾਈਮ 'ਤੇ ਕੰਟਰੀ ਦਾ ਨਾਮ ਜਿਹੜਾ ਆ ਵਰਲਡ ਦੇ ਵਿੱਚ ਆ ਜਾਵੇ, ਫੇਮਸ ਹੋ ਜਾਈਏ, ਦੈਟਸ ਇਟ। ਜਦੋਂ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਡੀਪਲੀ ਸੋਚਦੇ ਆ ਨਾ, ਆਪਣੇ ਵਰਗੀ ਯੂਥ ਜਿਹੜੀ ਹੈ ਨਾ ਉਹਨਾਂ ਨੂੰ ਇਹ ਚੀਜ਼ਾਂ ਡੀਪਲੀ ਸੋਚਣ ਦੀ ਜ਼ਰੂਰਤ ਹੈ, ਪਰ ਆਪਾਂ ਸੋਚਦੇ ਹੀ ਨਹੀਂ ਆ। ਗਵਰਨਮੈਂਟ ਸਾਨੂੰ ਇਹ ਸਭ ਕੁਝ ਸੋਚਣ ਦਾ ਟਾਈਮ ਹੀ ਨਹੀਂ ਦਿੰਦੀ। ਕਿਉਂ ਨਹੀਂ ਦਿੰਦੀ? ਕੀ ਕਰਦੀ ਹੈ ਗਵਰਨਮੈਂਟ ਕਿ ਸਾਨੂੰ ਸੋਚਣ ਹੀ ਨਹੀਂ ਦਿੰਦੀ ਇਹ ਸਾਰੀਆਂ ਚੀਜ਼ਾਂ ਬਾਰੇ? ਕਿਉਂ? ਕੀ ਰੀਜ਼ਨ ਹੈ? ਕੀ ਕਰਦੀ ਹੈ ਗਵਰਨਮੈਂਟ? 3-3 4-4 GB ਇੰਟਰਨੈੱਟ ਪ੍ਰੋਵਾਈਡ ਕਰ ਰਹੀ ਹੈ ਯੂਥ ਨੂੰ ਕਿ ਸਾਰਾ ਦਿਨ ਬਸ ਲੱਗੇ ਰਹੋ, 1.5 2-2 3-3 GB ਪਰ ਡੇ, ਅਤੇ ਬਸ। ਅਤੇ ਅਸੀਂ ਇੱਧਰ ਆਰਾਮ ਨਾਲ ਜੋ ਮਰਜ਼ੀ ਕਰੀਏ। ਯੂਥ ਇਸ ਬਾਰੇ ਕਿਉਂ ਨਹੀਂ ਸੋਚ ਰਹੀ? ਤਾਂ ਹੀ ਤਾਂ ਸਾਰਾ ਦਿਨ ਯੰਗਸਟਰ ਜਿਹੜੇ ਨੇ ਉਹ ਫ਼ੋਨ 'ਤੇ ਲੱਗੇ ਰਹਿੰਦੇ ਨੇ। ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਪਤਾ ਹੀ ਨਹੀਂ ਹੈ। ਨਿਊਜ਼ ਚੈਨਲਸ ਦੇਖਣੇ, ਕੁਛ ਚੈਨਲਸ ਜਿਹੜੇ ਨੇ ਸਹੀ ਨੇ, ਨਿਊਜ਼ ਚੈਨਲਸ ਵੀ ਬੇਸ਼ੱਕ ਅੱਜ ਕੱਲ੍ਹ ਦੇਖਣ ਵਾਲੇ ਹੈ ਨਹੀਂ, ਬਟ ਕੁਛ ਤਾਂ ਹੈਗੇ ਨੇ, ਪਰ ਆਪਾਂ ਉਹ ਵੀ ਨਹੀਂ ਦੇਖਦੇ। ਸੋ ਕਹਿਣ ਦਾ ਮਤਲਬ ਇਹੀ ਹੈ ਘੁੰਮ ਘੁਮਾ ਕੇ ਕਿ ਜਿਹੜੀ ਵੀ ਐਕਟੀਵਿਟੀ ਅਸੀਂ ਕਰਦੇ ਹਾਂ ਜਦੋਂ ਉਹਦਾ ਆਪਾਂ ਓਵਰ ਕਰਨ ਲੱਗ ਜਾਂਦੇ ਨਾ ਉਸ ਚੀਜ਼ ਨੂੰ, ਤਾਂ ਉਹ ਨੁਕਸਾਨ ਹੀ ਹੈ। ਐਕਸੈਸ ਆਫ ਐਵਰੀਥਿੰਗ ਇਜ਼ ਬੈਡ। ਇੱਕ ਈਡੀਅਮ, ਇਹ ਕਹਾਵਤ ਤੁਸੀਂ ਸੁਣੀ ਹੋਏਗੀ, ਐਕਸੈਸ ਆਫ ਐਵਰੀਥਿੰਗ ਇਜ਼ ਬੈਡ। ਔਰ ਇਹ ਹਰ ਇੱਕ ਚੀਜ਼ 'ਤੇ ਲਾਗੂ ਹੁੰਦੀ ਆ, ਹਰ ਇੱਕ ਚੀਜ਼ 'ਤੇ, ਛੋਟੀ ਤੋਂ ਲੈ ਕੇ ਵੱਡੀ ਤੋਂ ਵੱਡੀ ਤੱਕ ਹਰ ਇੱਕ ਚੀਜ਼ 'ਤੇ ਲਾਗੂ ਹੁੰਦੀ ਹੈ। ਚਾਹੇ ਤੁਸੀਂ ਟਿੰਬਰ ਐਕਸਟ੍ਰੈਕਸ਼ਨ ਲੈ ਲਓ, ਜਦੋਂ ਇਹ ਵੀ ਜ਼ਿਆਦਾ ਕਰਨ ਲੱਗ ਪਏ ਤਾਂ ਇਹ ਵੀ ਫਿਰ ਬੈਡ ਹੀ ਹੈ। ਕੁਛ ਵੀ ਕਰ ਲਓ, ਚਾਹੇ ਬੁਰੇ ਕੰਮ ਹੈ, ਜ਼ਿਆਦਾ ਕਰਨ ਲੱਗ ਜੂਗੇ ਤਾਂ ਫਿਰ ਬੁਰਾ ਹੀ ਹੈ। ਜਦੋਂ ਅੰਤ ਕਹਿੰਦੇ ਆ ਜਾਂਦਾ ਹੈ। ਸਮਝ ਲੱਗ ਗਈ ਇਹ ਚੀਜ਼ ਸਾਰਿਆਂ ਨੂੰ? ਪਹਿਲਾਂ ਦੱਸੋ, ਡੀਫੋਰੈਸਟੇਸ਼ਨ, ਮਾਈਨਿੰਗ ਪਤਾ ਲੱਗ ਗਈ ਕਿ ਮਾਈਨਿੰਗ ਕੀ ਹੁੰਦਾ ਹੈ? ਮਾਈਨਿੰਗ ਦੀ ਪ੍ਰੋਸੈਸ ਤੁਹਾਨੂੰ ਬਿਲਕੁਲ ਪਤਾ ਹੋਣੀ ਚਾਹੀਦੀ ਸੀ, ਮੈਂ ਇਸ ਲਈ ਇਹ ਚੀਜ਼ ਤੁਹਾਨੂੰ ਦੱਸੀ ਹੈ। ਸਮਝ ਲੱਗ ਗਈ ਸਾਰਿਆਂ ਨੂੰ? यस मैम। यस मैम। ठीक है जी। स्क्रीन शेयरिंग फिर कर दिए बंद? नो मैम। नो क्यों? मैम मेरे कहने का मतलब है कि यस मैम आ गया, समझ आ गया। अच्छा जी ठीक है। तो हुण तां नहीं स्क्रीन हाँ जी, शेयर हाँ हो जी। रही? हुण तां नहीं कुछ दिख रहा? मैम दिख रहा है? क्या दिख रहा? मैम आपका नाम मैम नहीं दिख रहा मैम। ठीक है, थैंक यू हरजोत। प्रियांशु इज़ वेरी नॉटी। ओके चलो Thank you, डिफॉरेस्टेशन ma'am. दे हुण। थैंक यू। माय प्लेजर मैम। अरे ठीक है भी, ठीक है जी। अजकल दे की न्याणे दसो हैं। अच्छा जी चलो डिफॉरेस्टेशन की गल करिए तो डिफॉरेस्टेशन के इफैक्ट्स की ने। हुण सब तो पहला ये तुहानूं ये सारियां चीज़ां पता होनियां चाहिदियां ने। मैं तो तुहाडे तो यही एक्सपैक्ट करदी हाँ कि ये तो बहुत कॉमन जी चीज़ है, तुहानूं पता होनी चाहिए है डिफॉरेस्टेशन के की इफैक्ट्स ने। सब तो पहला ये, जे प्लांट्स नहीं होणगे, फॉरेस्ट नहीं होणगे तो फ्लड आउणगे, ठीक है, ड्रॉट्स यानी कि सोका पै सकता है, ठीक है। दूसरी चीज़ कि सॉयल की फर्टिलिटी जिहड़ी आ वो घट जाती है, सॉयल फर्टाइल नहीं हुंदी।
ਜਦੋਂ ਸੋਇਲ ਫਰਟਾਈਲ ਨਹੀਂ ਨਾ ਹੁੰਦੀ ਤੇ ਜਦੋਂ ਫਿਰ ਆਪਣੇ ਐਗਰੀਕਲਚਰਿਸਟ ਜਿਹੜੇ ਹੈਗੇ ਨੇ, ਫਾਰਮਰਸ ਜਿਹੜੇ ਹੈਗੇ ਨੇ, ਜਦੋਂ ਆਪਣੀ ਫਸਲਾਂ ਜਿਹੜੀਆਂ ਉਗਾਉਂਦੇ ਨੇ, ਜਦ ਸੋਇਲ ਫਰਟਾਈਲ ਨਹੀਂ ਹੈਗੀ, ਉਹਦੀ ਫਰਟੀਲਿਟੀ ਬਹੁਤ ਘੱਟ ਹੈ, ਤੇ ਉਹ ਕਿੱਥੋਂ ਹੋਣਗੇ? ਫਿਰ ਉਹ ਕੀ ਕਰਦੇ ਆ? ਫਿਰ ਕੈਮੀਕਲਸ ਯੂਜ਼ ਕਰਦੇ ਨੇ ਆਪਣੀਆਂ ਫਸਲਾਂ ਨੂੰ ਚੰਗਾ ਕਰਨ ਲਈ। ਠੀਕ ਹੈ। ਕਿਉਂ ਹੁਣ ਜਿਹੜੇ ਮਾਰਚ ਦੇ ਵਿੱਚ ਹੀ ਮੈਂ ਦੇਖਿਆ, ਮੈਂ ਬਾਜ਼ਾਰ ਦੇ ਵਿੱਚ ਦੇਖਿਆ ਕਿ ਅੰਬ ਆਏ ਹੋਏ ਸੀ, ਔਰ ਉਹ ਵੀ ਕਾਫੀ ਵੱਡੇ ਵੱਡੇ। ਕਿੱਦਾਂ ਹੋ ਸਕਦਾ ਇਹ? ਕਿੱਦਾਂ ਹੋ ਸਕਦਾ? ਅੰਬ ਤਾਂ ਜਿਹੜੇ ਐਕਚੁਅਲ ਨੈਚੁਰਲ ਜਿਹੜੇ ਨੇ ਉਹ ਤਾਂ ਜਾ ਕੇ ਆਉਣੇ ਨੇ ਮੈਂਗੋਜ਼ ਜੂਨ ਦੇ ਵਿੱਚ, ਜੂਨ ਜੁਲਾਈ 'ਚ। ਹੁਣੇ ਕਿੱਦਾਂ ਆ ਗਏ? ਸਭ ਕੈਮੀਕਲਸ ਦਾ ਆ ਰੋਲ। ਇਹ ਹੁਣ ਆਪਣੇ 'ਤੇ ਹੈ ਕਿ ਆਪਾਂ ਨੂੰ ਪਤਾ ਹੋਵੇ ਕਿ ਇਹ ਚੀਜ਼ ਖਾਣ ਵਾਲੀ ਹਜੇ ਹੈਗੀ ਹੈ, ਇਹ ਚੀਜ਼ ਖਾਣ ਵਾਲੀ ਨਹੀਂ ਹੈਗੀ। ਇੰਟਰਨੈਟ ਉਹ ਬੰਦ ਹੋ ਗਿਆ। ਮੈਮ ਤੁਹਾਡੀ ਵੌਇਸ ਨਹੀਂ ਆ ਰਹੀ। ਹਾਂਜੀ ਉਹ ਨੈਟ ਬੰਦ ਹੋ ਗਿਆ ਸੀਗਾ, ਪਤਾ ਨਹੀਂ ਕਿਉਂ। ਹੁਣ ਹੋ ਗਿਆ ਸਟਾਰਟ। ਹੁਣ ਆ ਰਹੀ ਹੈ ਨਾ ਆਵਾਜ਼? ओके हेलो हाँ जी मैम। मैम। हाँ जी प्रियांशु। मैम आपसे एक क्वेश्चन पूछ सकता हूँ? यस। मैम ऑक्सीजन किसने डिस्कवर किया है? क्या? मैम ऑक्सीजन जो है वो किसने डिस्कवर किया है? ऑक्सीजन? यस मैम। ये कैसा क्वेश्चन है? देखो मेरी गलती। मैम ये क्वेश्चन है ना। मैम मेरी गलती नहीं है मैम, कोई गल नहीं, माफ कर दो। मैम मैं आपको ऑप्शन देता हूँ मैम, एक सेकंड आपको ऑप्शन भी देता हूँ मैं। हाँ मैम फर्स्ट ऑप्शन है रदरफोर्ड, एक मिनट, सेकंड है तुमको विलियम बताना है। हार्वे, थर्ड है प्रीस्टली एंड Hello? फोर्थ है गैलीलो। अच्छा, जिस करण दी तेनू भी पता है ना जिस अपने कमल दी। हाँ जी जसकमल भाजी दसो। यार तेन पता ना अपने को रख के दिमाग खराब मैं पूछ रहा हूँ नहीं पूछना मेरा पता होना ना पता होना वो क्वेश्चन से रिलेटेड नहीं है। नहीं टीचर तो सवाल पूछे था उल्टा ईवीएस पढ़ रहे हैं वो, मैं तो डाउट पूछ रहा हूँ यार। अरे ईवीएस पढ़ रहे हैं वे। अरे शांत हो जाओ, शांत यार हो मैंने तो जाओ। लगना इंग्लिश पढ़ ली। अच्छा ठीक है। ओहो, नहीं अपना कोई गल भाई। नहीं, कोई गल नहीं। पता की हुंदा, हर एक दा अपना अपना हुंदा है। चलो कोई गल नहीं।